ਵਾਹਿਗੁਰੂ 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 ਵਾਹਿਗੁਰੂ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਅੱਜ ਵਿਚਾਰ ਕਰਦੇ ਹਾਂ ਕਿ ਪੋਹ ਦਾ ਮਹੀਨਾ ਜਿਹੜਾ ਹੈ, ਉਸ ਮਹੀਨੇ ਦੇ ਵਿੱਚ 6 ਪੋਹ ਦੀ ਅੱਧੀ ਰਾਤ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੇ ਔਰ ਸਾਰੇ ਸਿੱਖਾਂ ਨੇ, ਸੇਵਕਾਂ ਨੇ ਅਨੰਦਪੁਰ ਕਿਲ੍ਹਾ ਛੱਡਿਆ। ਔਰ ਕਿਹਾ ਜਾਂਦਾ ਹੈ ਕਿ ਉਸ ਸਰਦੀ ਦੀ ਰਾਤ ਦੇ ਵਿੱਚ ਸਾਰਾ ਪਰਿਵਾਰ ਸਰਸਾ ਨਦੀ ਦੇ ਕਿਨਾਰੇ 'ਤੇ ਆਇਆ। ਉੱਥੇ ਸਤਿਗੁਰਾਂ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਔਰ ਸਰਸਾ ਨਦੀ ਪਾਰ ਕਰਦਿਆਂ ਪਰਿਵਾਰ ਜਿਹੜਾ ਹੈ 3 ਹਿੱਸਿਆਂ ਦੇ ਵਿੱਚ ਵੱਖਰੇ ਵੱਖਰੇ ਰਸਤੇ ਨੂੰ ਹੋ ਗਿਆ। ਫਿਰ ਚਮਕੌਰ ਦੀ ਗੜੀ ਦੇ ਵਿੱਚ 2 ਸਾਹਿਬਜ਼ਾਦੇ ਜੰਗੇ ਮੈਦਾਨ ਦੇ ਵਿੱਚ ਝੂਝਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਉਸ ਤੋਂ ਬਾਅਦ ਗੰਗੇ ਤੇਲੀ ਨੇ ਮੋਰਿੰਡਾ ਦੇ ਕੋਤਵਾਲ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਪਕੜਾ ਦਿੱਤਾ ਔਰ ਮੋਰਿੰਡੇ ਦੇ ਕੋਤਵਾਲ ਨੇ ਉਹਨਾਂ ਨੂੰ ਸਰਹੰਦ ਦੇ ਵਜ਼ੀਰ ਖਾਨ ਦੇ ਕੋਲ ਪਹੁੰਚਾ ਦਿੱਤਾ ਔਰ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਔਰ ਅਖੀਰ ਸ਼ਹੀਦ ਕਰ ਦਿੱਤਾ ਗਿਆ। ਇਹ ਸਾਰਾ ਸਾਤਾ ਜਿਹੜਾ ਹੈ, ਸਪਤਾਹ ਜਿਹੜਾ ਹੈ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਉੱਤੇ ਜੇ ਅਸੀਂ ਸੰਸਾਰਿਕ ਰੂਪ ਦੇ ਵਿੱਚ ਵੇਖੀਏ ਤੇ ਸੰਸਾਰੀ ਲੋਕ ਇਸ ਨੂੰ ਇਹ ਜਾਣਦੇ ਆ ਕਿ ਇਹ ਬਹੁਤ ਵੱਡਾ ਕਸ਼ਟ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਉੱਤੇ, ਮਾਤਾ ਗੁਜਰੀ ਦੇ ਪਰਿਵਾਰ ਦੇ ਉੱਤੇ ਆਇਆ ਸੀ। ਔਰ ਇਸ ਸੰਸਾਰਿਕ ਰੂਪ ਦੇ ਵਿੱਚ ਇਸ ਕਸ਼ਟ ਨੂੰ ਅਗਰ ਦੇਖੀਏ ਤਾਂ ਸਾਨੂੰ ਬਹੁਤ ਦੁੱਖ ਹੁੰਦਾ ਹੈ ਕਿ ਇੰਨਾ ਕਸ਼ਟ ਜਿਹੜਾ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਖਾਲਸਾ ਪੰਥ ਵਾਸਤੇ, ਖਾਲਸਾ ਧਰਮ ਵਾਸਤੇ, ਸਿੱਖ ਧਰਮ ਵਾਸਤੇ ਇਹ ਇੰਨਾ ਜਿਹੜਾ ਦੁੱਖ ਜਿਹੜਾ ਸੀ ਝੱਲਿਆ ਔਰ ਆਪਣਾ ਪਰਿਵਾਰ ਜਿਹੜਾ ਹੈ ਉਹ ਇਹ 7 ਦਿਨਾਂ ਦੇ ਅੰਦਰ ਅੰਦਰ ਗੁਰੂ ਸਾਹਿਬ ਨੇ ਨਿਸ਼ਾਵਰ ਕਰ ਦਿੱਤਾ। ਬੜੇ ਦੁੱਖ ਦੀ ਗੱਲ ਹੈ। ਸੋਚਣਾ ਪੈਂਦਾ, ਮਜਬੂਰ ਹੋਣਾ ਪੈਂਦਾ ਕਿ ਜੇ ਅਸੀਂ ਸੰਸਾਰਕ ਜੀਵ ਹਾਂ ਤਾਂ ਮਨ ਨੂੰ ਇੱਕ ਕਸ਼ਟ ਜ਼ਰੂਰ ਆਉਂਦਾ ਹੈ ਕਿ ਸਿਆਣੇ ਕਹਿੰਦੇ ਆ ਕਿ ਜੇ ਕੋਈ ਬੂਟੀ ਦਾ ਫੁੱਲ ਵੀ ਅਸੀਂ ਫੁੱਲ ਨਾਲੋਂ ਤੋੜੀਏ ਨਾ ਅਤੇ ਉਸ ਦੀ ਟਾਹਣੀ ਦੇ ਵਿੱਚੋਂ ਕੋਈ ਰਸ ਵਹਿਣਾ ਸ਼ੁਰੂ ਹੋ ਜਾਂਦਾ ਹੈ। ਅਤੇ ਜੇ ਅਸੀਂ ਇਹ ਕਹੀਏ ਕਿ ਸਾਡੇ ਵਾਸਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਸਾਹਿਬਜ਼ਾਦੇ, ਮਾਤਾ ਜੀ, ਆਪਣੇ ਪਿਤਾ ਜੀ ਸ਼ਹੀਦ ਕਰਵਾ ਦਿੱਤੇ ਅਤੇ ਸਾਡੀਆਂ ਅੱਖਾਂ ਦੇ ਵਿੱਚੋਂ ਵੀ ਅੱਥਰੂ ਵਗਣੇ ਬਹੁਤ ਲਾਜ਼ਮੀ ਹੈ। ਅਫਸੋਸ ਹੁੰਦਾ ਹੈ, ਰੋਣਾ ਆਉਂਦਾ ਹੈ ਕਿ ਇੰਨਾ ਕਸ਼ਟ ਸਹਿ ਕੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਿੱਖੀ ਬਖਸ਼ੀ, ਸਾਨੂੰ ਸਰਦਾਰੀ ਬਖਸ਼ੀ ਔਰ ਅਸੀਂ ਅੱਜ ਭੁੱਲ ਭੁਲੇਖੇ ਦੇ ਵਿੱਚ ਹੀ ਉਹਨਾਂ ਨੂੰ ਯਾਦ ਵੀ ਨਹੀਂ ਕਰਦੇ। ਕਈ ਵਾਰੀ ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਬੈਠ ਕੇ ਆਪਣੀਆਂ ਗੱਲਾਂ ਕਰਦੇ ਰਹਿੰਦੇ ਹਾਂ, ਪਰ ਗੁਰੂ ਇਤਿਹਾਸ ਤੋਂ ਅਸੀਂ ਜਾਣੂ ਨਹੀਂ ਹੁੰਦੇ, ਗੁਰਬਾਣੀ ਤੋਂ ਅਸੀਂ ਜਾਣੂ ਨਹੀਂ ਹੁੰਦੇ। ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀ ਕੀ ਕੀਤਾ, ਕੀ ਕਸ਼ਟ ਉਠਾਏ,
ਕੀ ਦੁੱਖ ਝੱਲੇ ਇਹ ਕਦੇ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਨੂੰ ਮਾਇਆ ਨੇ ਐਸਾ ਆਪਣੇ ਘੇਰੇ ਦੇ ਵਿੱਚ ਲਿਆ ਹੋਇਆ ਹੈ ਕਿ ਸਾਨੂੰ ਮਾਇਆ ਤੋਂ ਇਲਾਵਾ ਹੋਰ ਕੁਛ ਦਿਸਦਾ ਹੀ ਨਹੀਂ ਹੈ। ਹਰ ਪਾਸੇ ਮਾਇਆ ਹੀ ਮਾਇਆ, ਮਾਇਆ ਹੀ ਮਾਇਆ ਨਜ਼ਰ ਆਉਂਦੀ ਹੈ। ਪਰ ਸਾਧ ਸੰਗਤ ਜੀ, ਜੇ ਅਸੀਂ ਅਧਿਆਤਮਿਕ ਰੂਪ ਦੇ ਵਿੱਚ ਜੋ ਪਰਮਾਤਮਾ ਨਾਲ ਜੁੜੀਆਂ ਹੋਈਆਂ ਰੂਹਾਂ ਹੈ, ਉਹਨਾਂ ਦੇ ਲੇਵਲ ਦੇ ਉੱਤੇ ਅਸੀਂ ਜੇ ਦੇਖੀਏ ਕਿ ਇਹ ਪੋਹ ਦਾ ਮਹੀਨਾ ਭਾਵੇਂ ਕਿੰਨਾ ਵੀ ਠੰਡਕ ਵਾਲਾ ਹੁੰਦਾ ਹੈ, ਪਰ ਪੰਚਮ ਪਾਤਸ਼ਾਹ ਜੀ ਨੇ ਸਾਨੂੰ 12 ਮਾਹ ਦੇ ਵਿੱਚ ਪੋਹ ਦੇ ਮਹੀਨੇ ਦਾ ਵੀ ਇਹ ਵਿਚਾਰ ਦੱਸਿਆ ਹੈ ਕਿ ਪੋਹ ਮਹੀਨਾ ਜਿਹੜਾ ਹੈ ਨਾ, ਜਿਹੜੇ ਗੁਰਮੁਖ ਪਿਆਰੇ ਲੋਕ ਹੈ, ਜਿਹੜੇ ਖਾਲਸਾ ਹੈ, ਜਿਹੜੇ ਸੰਤ ਪੁਰਸ਼ ਹੈ, ਜਿਹੜੇ ਬ੍ਰਹਮ ਗਿਆਨੀ ਹੈ, ਜਿਹੜੇ ਗੁਰਸਿੱਖ ਹੈ, ਜਿਹੜੇ ਗੁਰਪੁੱਤਰ ਹੈ, ਜਿਹੜੇ ਸਤਿਗੁਰੂ ਸਾਹਿਬਾਨ ਖੁਦ ਆਪ ਹੈ, ਗੁਰੂ ਸਾਹਿਬ ਕਹਿੰਦੇ ਹੈ ਵੀ ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਉ। ਉਹਨਾਂ ਲੋਕਾਂ ਨੂੰ ਪੋਹ ਦਾ ਮਹੀਨਾ ਜਿਹੜਾ ਹੈ ਉਹ ਠੰਡ ਨਹੀਂ ਲੱਗਦੀ, ਕਿਉਂਕਿ ਉਹਨਾਂ ਦੇ ਗਲੇ ਦੇ ਵਿੱਚ, ਉਹਨਾਂ ਦੇ ਕੰਠ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ। ਇਸ ਕਰਕੇ ਉਹਨਾਂ ਨੂੰ ਪੋਹ ਦੇ ਮਹੀਨੇ ਦੇ ਜਿਹੜੇ ਸੰਤ ਪੁਰਸ਼ ਹੈ, ਜਿਹੜੇ ਮਹਾਂਪੁਰਸ਼ ਹੈ, ਜਿਹੜੇ ਸਤਿਗੁਰੂ ਹੈ, ਜਿਹੜੇ ਪਰਮਾਤਮਾ ਨਾਲ ਜੁੜੀਆਂ ਹੋਈਆਂ ਰੂਹਾਂ, ਉਹਨਾਂ ਨੂੰ ਸਰਦੀ ਵਿਆਪਤ ਨਹੀਂ ਹੁੰਦੀ। ਪੋਹ ਦੇ ਮਹੀਨੇ ਦੇ ਵਿੱਚ ਭਾਵੇਂ ਕਿੰਨੀ ਵੀ ਸਰਦੀ ਲੱਗਦੀ ਹੋਵੇ, ਉਹਨਾਂ ਨੂੰ ਪਰਮਾਤਮਾ ਦਾ ਨਾਮ ਜਿਹੜਾ ਪਿਆਰਾ ਲੱਗਦਾ ਹੈ। ਅਤੇ ਮਨ ਵੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ, ਪਰਮਾਤਮਾ ਦੇ ਨਾਮ ਨਾਲ ਮਨ ਵੇਧਿਆ ਹੁੰਦਾ ਅਤੇ ਦਰਸ਼ਨ, ਪਰਮਾਤਮਾ ਦੇ ਦਰਸ਼ਨ ਦਾ ਮਨ ਜਿਹੜਾ ਹੈ ਉਹ ਉਸ ਦੇ ਲਗਨ ਦੇ ਵਿੱਚ, ਉਸ ਦੀ ਮਿਲਣ ਦੀ ਤਕੀਦ ਦੇ ਵਿੱਚ, ਉਸ ਦੀ ਮਿਲਣ ਦੀ ਪ੍ਰਾਪਤੀ ਦੇ ਵਿੱਚ ਸਾਡਾ ਮਨ ਜਿਹੜਾ ਹੈ ਉਹ ਵੇਧਿਆ ਹੋਇਆ ਹੁੰਦਾ ਹੈ। ਅਤੇ ਇਸ ਤਰ੍ਹਾਂ ਨਾਲ ਸਾਨੂੰ ਕੋਈ ਠੰਡ ਮਹਿਸੂਸ ਨਹੀਂ ਹੁੰਦੀ, ਸਾਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ। ਕਿਉਂ? ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਇਹ ਰੂਹਾਂ ਜਿਹੜੀਆਂ ਹੈ ਨਾ, ਪਰਮ ਪਿਤਾ ਪਰਮਾਤਮਾ ਦੀ ਓਟ ਲੈ ਕੇ ਪਰਮਾਤਮਾ ਦੇ ਹੀ ਕਾਰਜ ਕਰਦੀਆਂ ਹੋਈਆਂ, ਪਰਮਾਤਮਾ ਦੇ ਹੀ ਸੇਵਾ ਕਰਦੀਆਂ ਹੋਈਆਂ ਜਿਹੜੀਆਂ ਇਹ ਲਾਹਾ ਪ੍ਰਾਪਤ ਕਰਦੀਆਂ। ਇਸ ਕਰਕੇ ਇਹਨਾਂ ਨੂੰ ਕਦੇ ਵੀ ਕਸ਼ਟ ਨਹੀਂ ਹੁੰਦਾ, ਕਦੇ ਵੀ ਦੁੱਖ ਨਹੀਂ ਲੱਗਦਾ। ਵਿਖਿਆ ਪੋਹ ਨਾ ਸਕੀ ਮਿਲ ਸਾਧੂ ਗੁਣ ਗਾਹ। ਵਿਖਿਆ ਮਤਲਬ ਵਿਸ਼ੇ ਵਿਕਾਰਾਂ ਦਾ ਦੁੱਖ, ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਦੀ, ਲਾਲਚ ਦੀ ਅੱਗ ਜਿਹੜੀ ਹੈ ਉਹ ਉਹਨਾਂ ਨੂੰ ਕਦੇ ਵੀ ਕਸ਼ਟ ਨਹੀਂ ਦੇ ਸਕਦੀ। ਕਿਉਂਕਿ ਸਾਰੇ ਮਿਲ ਕੇ ਜਿਹੜੀਆਂ ਰੂਹਾਂ ਹੁੰਦੀਆਂ ਨਾ, ਪਰਮ ਪਿਤਾ ਪਰਮਾਤਮਾ ਨਾਲ ਜੁੜੀਆਂ ਹੋਈਆਂ, ਉਹ ਸਾਧੂ ਲੋਕਾਂ ਨਾਲ, ਉਹਨਾਂ ਰੂਹਾਂ ਨਾਲ ਜਿਹੜੀਆਂ ਪਰਮਾਤਮਾ ਨਾਲ ਮਿਲੀਆਂ ਹੋਈਆਂ, ਉਹਨਾਂ ਨਾਲ ਬੈਠ ਕੇ ਉਹਨਾਂ ਦੇ ਪਰਮਾਤਮਾ ਦੇ ਗੁਣ ਗਾਉਂਦੀਆਂ। ਇਸ ਕਰਕੇ ਉਹਨਾਂ ਨੂੰ ਕੋਈ ਠੰਡ ਨਹੀਂ ਲੱਗਦੀ, ਕੋਈ ਕਸ਼ਟ ਨਹੀਂ ਹੁੰਦਾ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾ। ਕਹਿੰਦੇ ਵੀ ਜਿਸ 'ਤੇ ਇਹ ਰੂਹ ਉਤਪੰਨ ਹੋਈ ਹੈ, ਉਸ ਨਾਲ ਜਦੋਂ ਮਿਲ ਜਾਂਦੀ ਹੈ ਨਾ, ਅਤੇ ਉਦੋਂ ਫਿਰ ਇਹ ਪਰਮਾਤਮਾ ਦੀ ਪ੍ਰਾਪਤੀ ਕਰਕੇ ਖੁਸ਼ੀਆਂ ਨੂੰ ਪ੍ਰਾਪਤ ਹੁੰਦੀ ਹੈ, ਨਾ ਕਿ ਦੁੱਖ ਨੂੰ, ਨਾ ਕਿ ਸੋਗ ਨੂੰ। ਤੋ ਇਸ ਤਰ੍ਹਾਂ ਦੇ ਨਾਲ ਇਹ ਮਹੀਨੇ ਜਿਹੜੇ ਹੈ ਨਾ, ਸਾਨੂੰ ਬਹੁਤ ਵਿਚਾਰ ਬਣਿਆ ਹੋਇਆ ਸਾਡੇ ਸਮਾਜ ਦੇ ਵਿੱਚ ਕਿ ਇਹ ਦਿਨ ਜਿਹੜੇ ਹੈ ਇਹ ਦੁੱਖ ਰੂਪ ਦੇ ਵਿੱਚ, ਸੋਗ ਰੂਪ ਦੇ ਵਿੱਚ ਮਨਾਏ ਜਾਣੇ ਚਾਹੀਦੇ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਕਿੰਨੇ ਕਸ਼ਟ ਉਠਾਏ। 7 ਹੀ ਦਿਨਾਂ ਦੇ ਵਿੱਚ ਆਪਣੇ 4 ਪੁੱਤਰ ਵਾਰ ਦਿੱਤੇ, ਆਪਣੀ ਮਾਤਾ ਵਾਰ ਦਿੱਤੀ। ਉਸ ਤੋਂ ਪਹਿਲਾਂ ਆਪਣਾ ਪਿਤਾ ਦੇਸ਼ ਦੇ ਲੇਖੇ ਲਗਾ ਕੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੇ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਦੁੱਖਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਸਾਨੂੰ ਖੁਦ ਕਹਿੰਦੇ ਆ ਕਿ ਭਾਈ ਚੜ੍ਹਦੀਆਂ ਕਲਾਂ ਵਿੱਚ ਰਹੋ, ਔਰ ਖੁਦ ਉਹ ਚੜ੍ਹਦੀਆਂ ਕਲਾਂ ਦੇ ਵਿੱਚ ਸੀ, ਉਹਨਾਂ ਨੂੰ ਭਾਵੇਂ ਕੋਈ ਦੁੱਖ ਮਹਿਸੂਸ ਨਹੀਂ ਹੋਇਆ, ਪਰ ਸਾਨੂੰ ਐਂ ਲੱਗਦਾ ਕਿ ਸਾਡੇ ਵਾਸਤੇ ਗੁਰੂ ਸਾਹਿਬ ਨੇ ਬਹੁਤ ਦੁੱਖ ਝੱਲਿਆ, ਔਰ ਅਸੀਂ ਵੀ ਇਸ ਨੂੰ ਮਹਿਸੂਸ ਕਰਦੇ ਹੋਏ ਕੁਛ ਸੋਗ, ਕੁਛ ਦੁੱਖ ਮਹਿਸੂਸ ਕਰੀਏ। ਪਰ ਨਹੀਂ, ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜੀ ਰੂਹ ਪਰਮਾਤਮਾ ਨਾਲ ਮਿਲ ਗਈ ਹੈ ਨਾ, ਉਸ ਨੂੰ ਕੋਈ ਵੀ ਦੁੱਖ ਕਦੇ ਨਹੀਂ ਹੁੰਦਾ ਗਾ। ਉਹ ਪਰਮ ਪਿਤਾ ਪਰਮਾਤਮਾ ਦੇ ਹਮੇਸ਼ਾ ਸ਼ਰਨ ਦੇ ਵਿੱਚ ਰਹਿੰਦੀ ਹੋਈ, ਚਾਹੇ ਉਹ ਇਸ ਸੰਸਾਰ ਦੇ ਵਿੱਚ ਰਵੇ, ਚਾਹੇ ਉਹ ਸੱਚਖੰਡ ਦੇ ਵਿੱਚ ਵਾਸ ਕਰਦੀ ਹੋਵੇ, ਉਹ ਸੁੱਖ ਨੂੰ ਹੀ ਮਾਣਦੀ ਹੈ। ਔਰ ਇਸੇ ਕਰਕੇ ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਨੇ ਇਹ ਪੋਖ ਮਹੀਨੇ ਦੀ ਅਖੀਰਲੀ ਤੁਕ ਜੋ ਹੈ ਸਾਨੂੰ ਇਹ ਬਖਸ਼ਿਸ਼ ਕੀਤੀ ਹੈ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ। ਪੋਖ ਉਹਨਾਂ ਵਾਸਤੇ ਸੁਹਾਵਣਾ ਹੈ
ਸਾਰੇ ਸੁੱਖ ਬਖਸ਼ਣ ਵਾਲਾ ਹੈ। ਗੁਰੂ ਦੀ ਕਿਰਪਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਪਰਮਾਤਮਾ ਦੇ ਮਿਲਣ ਉਹਨਾਂ ਨੂੰ ਪ੍ਰਾਪਤ ਹੁੰਦੇ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਪਰਮਾਤਮਾ ਦੇ ਪਿਆਰੇ ਜਿਹੜੇ ਹੈ ਕਦੇ ਵੀ ਦੁੱਖ ਕਸ਼ਟ ਨਹੀਂ ਮਨਾਉਂਦੇ ਗਏ। ਤੇ ਇਸ ਤਰ੍ਹਾਂ ਦੇ ਨਾਲ ਪੋਹ ਦਾ ਮਹੀਨਾ ਜਿਹੜਾ ਹੈ, ਜਿਸ ਨੂੰ ਪਰਮ ਪਿਤਾ ਪਰਮਾਤਮਾ ਬਖਸ਼ ਦਿੰਦਾ ਹੈ ਨਾ, ਉਹ ਸੁੱਖਾਂ ਦੇ ਵਿੱਚ ਹੀ ਜੀਂਦਾ, ਭਾਵੇਂ ਉਹ ਦੁੱਖ ਨੂੰ, ਕਿਉਂਕਿ ਗੁਰੂ ਪਿਆਰ ਵਾਲੀਆਂ ਰੂਹਾਂ ਦੁੱਖ ਨੂੰ ਵੀ ਸੁੱਖ ਕਰਕੇ ਜਾਣਦੀਆਂ। ਗੁਰੂ ਸਾਹਿਬ 9ਵੇਂ ਪਾਤਸ਼ਾਹ ਨੇ ਵੀ ਇਸ ਦੀ ਥੋੜ੍ਹੀ ਜਿਹੀ ਸਾਨੂੰ ਵਿਆਖਿਆ ਇੱਕ ਦੱਸੀ ਹੋਈ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਜੋ ਮਨੁੱਖ, ਜੋ ਪਰਮਾਤਮਾ ਦੀ ਪਿਆਰੀ ਰੂਹ ਜਿਹੜੀ ਹੈ ਨਾ, ਦੁੱਖ ਨੂੰ ਵੀ ਸੁੱਖ ਕਰਕੇ ਜਾਣਦੀ ਹੈ, ਜੋ ਉਜਾੜ ਨੂੰ ਵੀ ਵਸਤੀ ਕਰਕੇ ਜਾਣਦੀ ਹੈ ਔਰ ਉਜਾੜ ਕਰਕੇ ਜਾਣਦੀ ਹੈ, ਉਹਦੇ ਵਾਸਤੇ ਇਹ ਭਾਵੇਂ ਕਿੰਨਾ ਵੀ ਕਸ਼ਟ ਆ ਜਾਵੇ ਭਾਈ ਗੁਰਮੁਖ ਪਿਆਰਿਓ, ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ ਗਾ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ। ਅਸੀਂ ਕੁਛ ਇੱਕ ਵਹਿਮ ਪਾਲ ਰੱਖਿਆ ਕਿ ਅਸੀਂ ਇਸ ਦਿਨਾਂ ਦੇ ਵਿੱਚ ਅਸੀਂ ਸੋਗ ਮਨਾਈਏ, ਦੁੱਖ ਮਨਾਈਏ। ਨਹੀਂ ਭਾਈ ਗੁਰਮੁਖ ਪਿਆਰਿਓ, ਸਾਨੂੰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਔਰ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੁਕਮ ਦਿੱਤਾ ਹੈ। ਨਾਨਕ ਨਾਮ, ਜਿਹੜੇ ਨਾਮ ਨਾਲ ਜੁੜੇ ਹੋਏ ਆ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ। ਔਰ ਸਾਹਿਬਜ਼ਾਦੇ, ਖਾਲਸਾ, ਪੰਜ ਪਿਆਰੇ, ਮਾਤਾ ਗੁਜਰੀ ਜੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਜਿੰਨੀਆਂ ਵੀ ਰੂਹਾਂ ਉਸ ਸਮੇਂ ਉਹਨਾਂ ਦੇ ਨਾਲ ਸੀ, ਉਹ ਸਾਰੀਆਂ ਹੀ ਨਾਮ ਦੇ ਨਾਲ ਸਰਾਬੋਰ ਸੀ, ਨਾਮ ਦੇ ਵਿੱਚ ਭਿੱਜੀਆਂ ਹੋਈਆਂ ਸੀ। ਨਾਮ ਖੁਮਾਰੀ ਨਾਨਕਾ, ਉਹ ਨਾਮ ਖੁਮਾਰੀ ਦੇ ਨਾਲ ਮਸਤ ਸੀ। ਅਤੇ ਗੁਰੂ ਸਾਹਿਬ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਨਾਮ ਜਿਸ ਦੇ ਕੋਲ ਹੈ ਉਸ ਦੀ ਹਮੇਸ਼ਾ ਚੜ੍ਹਦੀ ਕਲਾ, ਕਿਉਂਕਿ ਨਾਮ ਹੀ ਚੜ੍ਹਦੀ ਕਲਾ ਦਾ ਨਾਮ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਮ ਚੜ੍ਹਦੀ ਕਲਾ ਹੈ ਅਤੇ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਬੰਦਾ ਰਹਿੰਦਾ ਹੈ, ਜਿਹੜਾ ਬੰਦਾ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ, ਉਹ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦਾ ਔਰ ਉਹ ਭਲਾ ਹਮੇਸ਼ਾ ਹੀ ਕਦੇ ਦੁੱਖ ਸੋਗ ਦੇ ਵਿੱਚ ਨਹੀਂ ਆਉਂਦਾ। ਦੁੱਖ ਦੇ ਵਿੱਚ ਉਹ ਮਤਲਬ ਆਪਣੇ ਆਪ ਨੂੰ ਕਦੇ ਜਕੜਦਾ ਨਹੀਂ ਹੈ, ਦੁੱਖ ਨੂੰ ਵੀ ਸੁੱਖ ਕਰਕੇ ਜਾਣਦਾ ਹੈ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੋਈ ਆ, ਭਾਈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਤੁਸੀਂ ਆਪਣੇ ਘਰਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇਹ ਸਾਤਾ ਜੋ ਹੈ, ਠੀਕ ਹੈ, ਅਸੀਂ ਆਪਣੇ ਮਹਾਂਪੁਰਸ਼ਾਂ ਨੇ ਜੋ ਸਾਨੂੰ ਕਰ ਦਿਖਾਇਆ ਹੈ, ਉਹਨਾਂ ਨੂੰ ਅਸੀਂ ਯਾਦ ਕਰੀਏ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਕੇ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਕੇ ਅਸੀਂ ਉਹਨਾਂ ਵਰਗਾ, ਉਹਨਾਂ ਤੋਂ ਪੈਰਾਂ 'ਤੇ ਚੱਲਣ ਵਾਲਾ, ਉਹਨਾਂ ਦੀਆਂ ਪੈੜਾਂ ਦੇ ਵਿੱਚ ਚੱਲਣ ਵਾਲਾ ਆਪਣਾ ਜੀਵਨ ਬਣਾ ਲਈਏ, ਤਾਂ ਕਿ ਸਾਨੂੰ ਵੀ ਜੇ ਕਿਤੇ ਕਸ਼ਟ ਆਵੇ ਤਾਂ ਸਾਡਾ ਮਨ ਹਮੇਸ਼ਾ ਹੈ ਸਾਡੀ ਚੜ੍ਹਦੀ ਕਲਾ ਵਿੱਚ ਰੱਖੇ। ਅਸੀਂ ਆਪਣੇ ਘਰਾਂ ਵਿੱਚ ਇਹ ਕਥਾਵਾਂ ਜਿਹੜੀਆਂ ਹੈ ਸੁਣਨੀਆਂ ਹੈ, ਵਿਖਿਆਨ ਕਰਨੀਆਂ ਹੈ, ਗੁਰਦੁਆਰਿਆਂ ਦੇ ਵਿੱਚ ਬੈਠ ਕੇ ਇਹ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਔਰ ਇੱਥੋਂ ਤੱਕ ਕਿ ਇਹ ਆਨੰਦਪੁਰ ਤੋਂ ਲੈ ਕੇ ਗੁਰੂ ਸਾਹਿਬ ਨੇ ਜੋ 7 ਦਿਨ ਬਿਤਾਏ ਆ, ਉਹਨਾਂ ਦਾ ਵੀ ਵਿਸ਼ੇਸ਼ ਵਰਣਨ ਜਦੋਂ ਅਸੀਂ ਸੁਣੀਏ ਤਾਂ ਸਾਡੇ ਮਨ ਨੂੰ ਵੀ ਇੱਕ ਉਬਾਲਾ ਉੱਠੇ, ਸਾਡੇ ਮਨ ਨੂੰ ਵੀ ਇੱਕ ਜੋਸ਼ ਪੈਦਾ ਹੋਵੇ ਕਿ ਅਸੀਂ ਵੀ ਜੇ ਕਿਤੇ ਸਾਨੂੰ ਗੁਰੂ ਦੀ ਕਿਰਪਾ ਹੈ ਅਤੇ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਜੇ ਕਿਤੇ ਐਸੀ ਕੋਈ ਸਮਾਂ ਬਣ ਵੀ ਜਾਵੇ ਅਤੇ ਅਸੀਂ ਵੀ ਚੜ੍ਹਦੀ ਕਲਾ ਦੇ ਨਾਲ ਉਸ ਸਮੇਂ ਦੇ ਵਿੱਚੋਂ, ਦੁੱਖ ਦੇ ਸਮੇਂ ਦੇ ਵਿੱਚੋਂ ਨਿਕਲ ਕੇ ਸੁੱਖਾਂ ਦੀ ਪ੍ਰਾਪਤੀ ਕਰੀਏ, ਪਰਮਾਤਮਾ ਨਾਲ ਮਿਲਣ ਕਰਕੇ। ਔਰ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਕਿ ਭਾਈ ਦੁੱਖ ਆਵੇ ਤੇ ਗਿਰ ਨਹੀਂ ਜਾਣਾ, ਦੁੱਖ ਆਵੇ ਤੇ ਡਰ ਨਹੀਂ ਜਾਣਾ, ਦੁੱਖ ਆਵੇ ਤੇ ਬੇਸ਼ੱਕ ਪਰਮਾਤਮਾ ਦੇ ਰਸਤੇ ਚੱਲਦੀਆਂ ਹੋਈਆਂ ਰੂਹਾਂ ਜਿਹੜੀਆਂ ਪਰਮਾਤਮਾ ਦੇ ਰਾਹ ਦੇ ਵਿੱਚ ਆਪਣਾ ਆਪ ਨਿਸ਼ਾਵਰ ਵੀ ਕਰ ਦੇਣ ਤੇ ਫਿਰ ਉਹ ਵੀ ਚੰਗਾ ਹੈ, ਉਹ ਵੀ ਭਲਾ ਹੈ, ਸਰਬੱਤ ਦਾ ਭਲਾ ਹੈ। ਕਿਉਂਕਿ ਪਰਮਾਤਮਾ ਦੇ ਸੱਚ ਦੇ ਪਿੱਛੇ, ਪਰਮਾਤਮਾ ਦੇ ਨਾਮ ਦੇ ਪਿੱਛੇ ਜੋ ਵੀ ਰੂਹਾਂ ਸ਼ਹਾਦਤ ਪ੍ਰਾਪਤ ਕਰਦੀਆਂ, ਉਹ ਪਰਮਾਤਮਾ ਦੇ ਨਾਲ ਜਾ ਕੇ ਮਿਲਨ ਕਰ ਰਹਿੰਦੀਆਂ। ਸ਼ਹੀਦ ਜਿੰਨੇ ਵੀ ਹੁੰਦੇ ਆ, ਸ਼ਹਾਦਤ ਜੋ ਵੀ ਪ੍ਰਾਪਤ ਕਰਦੇ ਆ, ਉਹ ਸਾਰੇ ਦੇ ਸਾਰੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਕੇ ਨਿਵਾਸ ਕਰਦੇ ਆ। ਕਿਉਂਕਿ ਗੁਰੂ ਕਬੀਰ ਸਾਹਿਬ ਨੇ ਵੀ ਕਿਹਾ, ਸੂਰਾ ਸੋ ਪਹਿਚਾਣੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਮਰ ਜਾਵੇ ਪਰ ਖੇਤ ਨਹੀਂ ਛੱਡਣਾ, ਦੁੱਖ ਮੰਨ ਕੇ ਛੱਡ ਨਹੀਂ ਦੇਣਾ,
ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣਾ ਔਰ परमात्मा ਦਾ ਨਾਮ ਸਿਮਰਨ ਕਰਦੇ ਹੋਏ, परमात्मा ਦਾ ਜਸ ਕਰਦੇ ਹੋਏ परमात्मा ਦੇ ਚਰਨਾਂ 'ਚ ਜਾ ਕੇ ਵਿਰਾਜਣਾ ਹੈ। तो साध संगत जी, गुरु साहब ने ये भी बख्शिया है, जा को हर रंग लागा इस युग में सो कईयत है सूरा। सूरा तो वही है जिन्हों परमात्मा का रंग लग्या होया है तो वह परमात्मा के रंग दे विच मस्त है, और कोई दुख भी आउंदा है तो वह सूरमिया वांग निभा जाता, और अपनी शहादत भी पर देनी पड़े तो वह भी दे जाता है। तो इस तरह की ये सतगुरु ਦੇ ਜੋ 7 ਦਿਨਾਂ ਦਾ ਆਨੰਦਪੁਰ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕਰ ਦਾ ਜੋ ਵਰਣਨ ਜਦੋਂ ਅਸੀਂ ਸਰਵਣ ਕਰਾਂਗੇ ਨਾ, ਤਾਂ ਸਾਡੇ ਮਨ ਦੇ ਵਿੱਚ ਵੀ ਐਸੀ ਚੜ੍ਹਦੀ ਕਲਾ ਬਣੇਗੀ ਕਿ ਸਾਨੂੰ ਵੀ ਪਰਮ ਪਿਤਾ ਪਰਮਾਤਮਾ ਆਪਣਾ ਹੱਥ ਦੇ ਕੇ, ਆਪਣਾ ਨਾਮ ਦੇ ਕੇ ਦੁੱਖ ਦੇ ਵਿੱਚੋਂ ਇਸ ਤਰ੍ਹਾਂ ਹੀ ਨਿਕਲਣ ਦੀ ਕੋਸ਼ਿਸ਼ ਸਾਨੂੰ ਬਖਸ਼ੇ, ਇਸ ਤਰ੍ਹਾਂ ਹੀ ਨਿਕਲਣ ਦੀ ਸਾਨੂੰ ਸੂਝ ਬਖਸ਼ੇ। ਅਤੇ ਜੇ ਕਿਤੇ ਪਰਮਾਤਮਾ ਦਾ ਹੁਕਮ ਵੀ ਆਵੇ तो इस तरह के रूप दे विच परमात्मा के सच के सदका, परमात्मा के नाम के सदका, परमात्मा के जस के सदका जे किते सानू अपनी शहीदी भी देनी पै जाए तो उहदे तो भी इनकार ना करिए। तो साध संगत जी, इस तरह के नाल गुरु साहब ने सानू समझाया, भाई गुरमुख प्यारिओ, भी जिहड़े संत पुरुष हुंदे आ, जिहड़े महापुरुष हुंदे आ, जिहड़े गुरु प्यार वालियां रूहां हुंदियां, जिहड़े ब्रह्म ज्ञानी हुंदे आ, उन्हां दा मरना तां बहुत पहला हो चुक्या हुंदा। कदों? जदों उन्हां ने परमात्मा दा नाम, अमृत नाम की प्राप्ति करके अपनी रूह नूं परमात्मा दे नाल जोड़ता, और परमात्मा की किरपा नाल अपनी रूह नूं इस जगत तो वार के, इस जगत तो मार के मर जीवड़े बन के परमात्मा की शरण दे विच परमात्मा नाल प्यार करना शुरू किया। उदों वो मर जीवड़े पहला ही हो जाते हैं, और अपने जीवन दे विच वो हमेशा ही मृत अवस्था, क्योंकि मृत अवस्था संसार दे विच उसदी असल दे विच जो माया दे विच मृत है, जो माया दे विच लिप्त है, वो मरिया होया है, जिउंदा जरूर नहीं है। पर जो माया तो मर जाते हैं वो परमात्मा दे नाम दे विच आके हरी भरी रूह हो के, जिउंदी जागदी रूह हो के, वो परमात्मा दे समक्ष परमात्मा दा नाम सिमरन करते हुए परमात्मा नाल जुड़ जाते हैं। तो इस तरह दे नाल भाई संत पुरुष तां पहला ही मर जीवड़े हुंदे है, वो तां अपनी रूह नूं परमात्मा दे नाल जोड़ के परमात्मा दे दर्शदारे करते हुए परमात्मा नूं पहला ही समर्पित कर चुके हुंदे है। और ये देह जिहड़ी है, देह नूं जिहड़ा है वो व्यर्थ समझते हैं, देह नूं सिर्फ इत्थों तक ही समझते हैं कि सानू ये रूह नूं चलाउण वास्ते, ये जीवन नूं चलाउण वास्ते सानू देह की लोड़ है। और इस देह दा वैसे परम प्यारे परम पुरख, महापुरख, ब्रह्म ज्ञानी लोग, संत पुरुष, गुरसिख खालसे जिहड़े है, इस देह का त्याग करके विदेही स्वरूप दे विच रूह जिहड़ी साडी है वो परम पिता परमात्मा नाल जुड़ जाती है। तो साध संगत जी, इस तरह का वातावरण जिहड़ा बनया होया ना कि सानू इस हफ्ते दे विच, इस सप्ताह दे विच 6 पोह तो लैके 13 पोह तक जिहड़ा है कि सानू अफसोस करना चाहिए है, सानू दुख मनाउणा चाहिए है, सानू सोग करना चाहिए है। भाई इस तरह करन दी लोड़ नहीं है। गुरु साहब ने तो सानू दुख दे विच आके चढ़दियां कलां विच रहन दा पाठ पढ़ाया है, इत्थों तक पढ़ाया कि जे दुख दे विच कोई ऐसी स्थिति भी बन जाए कि साडे वस तो बाहर हो जाए तो फिर शहीदी भी देनी पवे, तो फिर शहीदी भी दे दी जाए, तो परमात्मा के प्यार दे विच साडा जिहड़ा परमात्मा नाल प्यार है वो बनिया रहे। परमात्मा दे वास्ते असी परमात्मा दे सच वास्ते, परमात्मा दे नाम वास्ते, परमात्मा दे मिलन वास्ते, परमात्मा दी प्राप्ति वास्ते असी अपने आप नूं भी अगर जे निशावर कर दईए तो फिर भी कोई डर नहीं है, क्योंकि साडी रूह जिहड़ी है इत्थों परमात्मा दे नाम ते जदों निशावर होएगी तो सीधी परमात्मा दे कोल जाएगी। जो शहीदी शहादत शहादतां प्राप्त करते हैं सारे दे सारे शहीद जिहड़े है ना वो परमात्मा दे कोल जाते हैं। तो कबीर साहब ने भी यही गल कही हुई है, ये सानू विचारन की लोड़ है। कबीर संत मुए क्या रोईए, जो अपने गृह जाए, रोवो साकत बापरै, जो हाटै हाट बिकाए। कबीर साहब ने
ਸਾਨੂੰ ਇਹ ਸਮਝਾਇਆ ਭਾਈ ਸੰਤ ਮੂਆ, ਸੰਤ ਤਾਂ ਆਪਣੀ ਜ਼ਿੰਦਗੀ ਆਪਣੇ ਸਵਾਸ ਦੀ ਪੂੰਜੀ ਜਿਹੜੀ ਹੈ ਉਹ ਪੂਰੀ ਕਰਕੇ ਪਰਮਾਤਮਾ ਦੇ ਕੋਲ ਜਾ ਰਿਹਾ, ਆਪਣੇ ਘਰ ਜਾ ਰਿਹਾ ਹੈ, ਅਤੇ ਫਿਰ ਉਸ ਦਾ ਰੋਣਾ ਕੀ ਹੋਇਆ, ਉਸ ਦਾ ਸੋਗ ਕੀ ਮਨਾਉਣਾ ਹੋਇਆ। ਇਵੇਂ ਜ਼ਿਕਰ ਸਾਹਿਬਜ਼ਾਦੇ ਜਿਹੜੇ ਹੈ ਉਹ ਪਰਮਾਤਮਾ ਦੇ ਨਾਮ ਦੇ ਸਦਕਾ, ਪਰਮਾਤਮਾ ਦੀ ਸਤਾ ਨੂੰ ਕਾਇਮ ਰੱਖਣ ਵਾਸਤੇ, ਸੱਚ ਨੂੰ ਕਾਇਮ ਰੱਖਣ ਵਾਸਤੇ ਸ਼ਹੀਦੀ ਵੀ ਦੇ ਕੇ ਪਰਮਾਤਮਾ ਦੇ ਕੋਲ ਚਲੇ ਗਏ ਹੈ। ਅਤੇ ਉਹਨਾਂ ਦਾ ਸੋਗ ਕਿਸ ਗੱਲ ਦਾ ਭਾਈ? ਉਹਨਾਂ ਦਾ ਸੋਗ ਨਹੀਂ ਮਨਾਉਣਾ ਚਾਹੀਦਾ, ਸਗੋਂ ਸਾਨੂੰ ਮਨ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਹੇ ਮਹਾਂਪੁਰਸ਼ੋ, ਹੇ ਬਾਬਾ ਜੀ, ਹੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਨੇ ਆਪਣੇ ਪੁੱਤਰਾਂ ਨੂੰ ਸਾਡੇ ਵਾਸਤੇ ਕੁਰਬਾਨ ਕਰ ਦਿੱਤਾ ਹੈ। ਅਸੀਂ ਇਹ ਕਰਜ਼ਾ ਕਦੇ ਵੀ ਨਹੀਂ ਦੇ ਸਕਦੇ, ਔਰ ਜੇ ਕਿਤੇ ਸਾਨੂੰ ਸਮਾਂ ਬਣੇ ਤੇ ਅਸੀਂ ਤੇਰੇ ਜਸ ਕਰਦੇ ਹੋਏ, ਤੇਰੇ ਨਾਲ ਪਿਆਰ ਕਰਦੇ ਹੋਏ, ਤੇਰਾ ਇਹ ਜੋ ਵਾਤਾਵਰਨ ਹੈ, ਜੋ ਕਥਾ ਸ਼ਹੀਦੀਆਂ ਦੀ, ਸ਼ਹਾਦਤਾਂ ਦੀ ਹੈ, ਇਹਨਾਂ ਨੂੰ ਅਸੀਂ ਸਰਵਣ ਕਰਕੇ ਤੇਰੇ ਰਸਤੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਸਾਡੇ 'ਤੇ ਕਿਰਪਾ ਹੋਵੇ। ਅਤੇ ਇਹ ਸਾਨੂੰ ਧੰਨ ਭਾਗ ਹੈ ਸਾਡੇ ਕਿ ਅਸੀਂ ਇਹ ਐਸਾ ਅਸੀਂ ਵੀ ਕਰ ਸਕੀਏ। ਜੋ ਬੱਚਿਆਂ ਨੇ ਸ਼ਹੀਦੀ, ਜੋ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਹੈ, ਕਿਤੇ ਸਾਨੂੰ ਵੀ ਐਸਾ ਬਲ ਮਿਲੇ, ਸਾਨੂੰ ਵੀ ਐਸਾ ਮੌਕਾ ਮਿਲੇ ਪਰਮਾਤਮਾ ਦੇ ਨਾਮ ਤੋਂ, ਪਰਮਾਤਮਾ ਦੇ ਸੱਚ ਨੂੰ ਕਾਇਮ ਕਰਨ ਵਾਸਤੇ। ਅਤੇ ਸਾਨੂੰ ਕੋਈ ਡਰ ਨਹੀਂ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ। ਇਸ ਤਰ੍ਹਾਂ ਦੀ ਕਥਾ ਵਿਆਖਿਆ ਜਿਹੜੀ ਹੈ ਨਾ, ਜਦੋਂ ਅਸੀਂ ਸਰਵਣ ਕਰਾਂਗੇ ਸ਼ਹੀਦੀ ਸਪਤਾਹ ਦੀ, ਸ਼ਹੀਦੀ ਸਪਤਾਹ ਦੀ, ਅਤੇ ਉਦੋਂ ਸਾਡੇ ਮਨ ਦੇ ਵਿੱਚ ਵੀ ਐਸਾ ਇੱਕ ਤਕੜਾਈ ਆਏਗੀ, ਐਸਾ ਇੱਕ ਜ਼ੋਰ ਆਏਗਾ, ਐਸਾ ਇੱਕ ਜੋਸ਼ ਆਏਗਾ ਕਿ ਅਸੀਂ ਵੀ ਉਹਨਾਂ ਮਹਾਂਪੁਰਸ਼ਾਂ ਦੀ ਸ਼ਰਨ ਹੋ ਕੇ, ਗੁਰੂ ਸਾਹਿਬ ਦੀ ਸ਼ਰਨ ਹੋ ਕੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਦਾ ਜੀਵੀਏ ਤਾਂ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ। ਕਿਉਂਕਿ ਜੋ ਸੰਤ ਪੁਰਸ਼ ਜਿਹੜੇ ਹੈ ਤਿਆਗ ਕੇ ਉਹ ਜਾਂਦੇ ਹੈ, ਉਹ ਹੋਰ ਕਿਤੇ ਨਹੀਂ ਜਾਂਦੇ। ਉਹਨਾਂ ਦੀ ਰੂਹ ਜਿਹੜੀ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾਂਦੀ ਹੈ। ਸੰਤ ਪੁਰਸ਼ ਆਪਣੇ ਘਰ ਜਾਂਦੇ ਆ। ਕਬੀਰ ਸਾਹਿਬ ਨੇ ਇਹ ਗੱਲ ਕਹੀ ਹੋਈ ਹੈ। ਭਾਈ ਰੋਣਾ ਤਾਂ, ਦੁੱਖ ਮਨਾਉਣਾ ਤਾਂ, ਸੋਗ ਮਨਾਉਣਾ ਤਾਂ ਉਸ ਬੰਦੇ ਦਾ ਮਨਾਓ। ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਥਾਂ ਥਾਂ 'ਤੇ ਵਿਕਦਾ ਫਿਰਦਾ ਹੈ, ਮਾਇਆ ਦੇ ਪਿੱਛੇ ਆਪਣਾ ਜਿਹੜਾ ਜੀਵਨ ਜਿਹੜਾ ਹੈ ਉਹ ਗਲਤਾਨੀ ਦੇ ਵਿੱਚ ਪੈ ਕੇ ਆਪਣਾ ਜੀਵਨ ਜਿਹੜਾ ਅਸਫਲ ਕਰ ਲੈਂਦਾ। ਸਾਡਾ ਜਨਮ ਜਿਹੜਾ ਹੈ, ਆਪਣਾ ਜਨਮ ਜਿਹੜਾ ਹੈ ਉਹ ਬੇਕਾਰ ਚਲਾ ਜਾਂਦਾ ਹੈ। ਉਹ ਉਸ ਐਸੇ ਸਾਕਤ ਬੰਦੇ ਨੂੰ, ਜਿਹੜਾ ਪਰਮਾਤਮਾ ਨੂੰ ਮੰਨਦਾ ਨਹੀਂ ਹੈ, ਜਿਹੜਾ ਪਰਮਾਤਮਾ ਨੂੰ ਸਿਮਰਦਾ ਨਹੀਂ ਹੈ, ਜਿਹੜਾ ਪਰਮਾਤਮਾ ਨੂੰ ਜਾਣਦਾ ਹੀ ਨਹੀਂ ਹੈ, ਜਿਹੜਾ ਕਹਿੰਦਾ ਪਰਮਾਤਮਾ ਹੈ ਹੀ ਨਹੀਂ, ਮਾਇਆ ਹੀ ਹੈ, ਸਭ ਕੁਛ ਮਾਇਆ ਹੀ ਹੈ, ਮਾਇਆ ਹੀ ਪਰਮਾਤਮਾ ਹੈ, ਐਸੇ ਲੋਕਾਂ ਨੂੰ ਰੋਣ ਦੀ ਕੋਸ਼ਿਸ਼ ਕਰੋ ਭਾਈ। ਜਿਹੜੇ ਉਹਨਾਂ ਨੂੰ ਇਸ ਕਰਕੇ ਰੋ ਕੇ ਭਾਈ, ਹੇ ਗੁਰਮੁਖ ਪਿਆਰਿਆ, ਗੁਰੂ ਦਾ ਪਿਆਰ ਲੈ। ਹੇ ਮਨਮੁਖ ਬੰਦਿਆ, ਤੂੰ ਗੁਰਮੁਖ ਬਣ ਕੇ ਗੁਰੂ ਦਾ ਨਾਮ ਲੈ, ਗੁਰੂ ਦਾ ਨਾਮ ਸਿਮਰਨ ਕਰਕੇ ਪਰਮਾਤਮਾ ਨਾਲ ਮਿਲਨ ਕਰ। ਤੇਰੀ ਰੂਹ ਦਾ ਪਰਮਾਤਮਾ ਨਾਲ ਮਿਲਨ ਹੋ ਜਾਵੇ। ਤੇਰਾ ਆਵਾਗਮਨ 84 ਲੱਖ ਜੂਨਾਂ ਦਾ ਜਿਹੜਾ ਉਹ ਕੱਟਿਆ ਜਾਵੇ। ਇਸ ਤਰ੍ਹਾਂ ਦੀ ਵਿਚਾਰ ਜਦੋਂ ਸਾਡੇ ਮਨ ਦੇ ਵਿੱਚ ਪੈਦਾ ਹੋਏਗੀ, ਉਦੋਂ ਅਸੀਂ ਪਰਮ ਪਿਤਾ ਪਰਮਾਤਮਾ ਦੇ ਪਿਆਰੇ ਹੋ ਜਾਵਾਂਗੇ। ਔਰ ਸਾਨੂੰ ਫਿਰ ਇਹ ਸ਼ਹੀਦੀਆਂ ਦਾ ਵੀ ਜਿਹੜਾ ਇੰਨਾ ਦੁੱਖ ਮਹਿਸੂਸ ਨਹੀਂ ਹੋਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਉਹ ਰੂਹਾਂ ਤਾਂ ਜਿਹੜੀਆਂ ਨੇ ਸਾਡੇ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੋਹ ਦੇ ਮਹੀਨੇ ਦੇ ਵਿੱਚ ਵੀ। ਔਰ ਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਉਹਨਾਂ ਨੂੰ ਕੋਈ ਦੁੱਖ ਨਹੀਂ ਲੱਗਦਾ, ਕੋਈ ਉਹਨਾਂ ਨੂੰ ਠੰਡ ਨਹੀਂ ਲੱਗਦੀ। ਉਹ ਰੂਹਾਂ ਤਾਂ ਪਰਮਾਤਮਾ ਦੇ ਦਰ 'ਤੇ, ਪਰਮਾਤਮਾ ਦੇ ਸੱਚਖੰਡ ਦੇ ਚਰਨਾਂ ਦੇ ਵਿੱਚ ਨਿਵਾਸ ਕਰਨ ਵਾਸਤੇ ਚਲੀਆਂ ਜਾਂਦੀਆਂ। ਕਬੀਰ ਸਾਹਿਬ ਨੇ ਵੀ ਇਹੀ ਕਿਹਾ, ਸੰਤ ਮੂਏ ਕਿਆ ਰੋਈ ਹੈ, ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ। ਉਹ ਤਾਂ ਆਪਣੇ ਘਰ ਜਾ ਰਿਹਾ ਹੈ। ਸੱਚਖੰਡ ਪਰਮਪਿਤਾ ਪਰਮਾਤਮਾ ਤੋਂ ਸਾਡੀ ਰੂਹ ਜਿਹੜੀ ਵਿਛੜ ਕੇ ਇਸ ਸੰਸਾਰ ਦੇ ਵਿੱਚ ਆਈ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ। ਔਰ ਸੰਤ ਪੁਰਸ਼ ਨੇ ਇਹ ਪਰਮਾਤਮਾ ਦੇ ਨਾਮ ਨੂੰ, ਅੰਮ੍ਰਿਤ ਨਾਮ ਨੂੰ ਸਿਮਰ ਕੇ ਆਪਣੀ ਜੋ ਰੂਹ ਸੀ ਉਸ ਨੂੰ ਨਿਰਮਲ ਕਰ ਲਿਆ। ਔਰ ਉਹ ਰੂਹ ਫਿਰ ਨਿਰਮਲ ਹੋ ਕੇ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਵਾਪਸ ਵਿਰਾਜਮਾਨ ਹੋ ਰਹੀ ਹੈ। ਪਰਮਾਤਮਾ ਦੇ ਚਰਨਾਂ 'ਚ ਪਰਮਾਤਮਾ ਦੇ ਦਰਸ਼ਨਦਾਰੇ ਕਰ ਰਹੀ ਹੈ, ਪਰਮਾਤਮਾ ਦਾ ਮਿਲਨ ਹੋ ਰਿਹਾ ਹੈ। ਅਤੇ ਉਹ ਰੂਹ ਦਾ ਜਿਹੜਾ ਆਵਾਗਮਨ, ਜਿਹੜਾ 84 ਲੱਖ ਜੂਨੀਆਂ ਦਾ ਜਿਹੜਾ ਚੱਕਰ ਹੈ ਉਹ ਕੱਟਿਆ ਜਾਂਦਾ ਹੈ। ਉਸ ਨੂੰ ਕੀ ਰਹਿਣਾ ਹੈ? ਗੁਰੂ ਸੁਖਬੀਰ ਸਾਹਿਬ ਕਹਿੰਦੇ ਭਾਈ ਰੋ ਤਾਂ ਉਸ ਨੂੰ ਜਿਹਨੇ ਪਰਮਾਤਮਾ ਤੋਂ ਦੂਰੀ ਕਰ ਲਈ ਹੈ, ਪਰਮਾਤਮਾ ਨੂੰ ਜਾਣਦਾ ਹੀ ਨਹੀਂ ਹੈ, ਮਾਇਆ ਦੇ ਵਿੱਚ ਫਸਿਆ ਹੋਇਆ ਔਰ ਮਾਇਆ ਦੇ ਵਿੱਚ ਪੈ ਕੇ ਨਰਕ ਭੋਗਦਾ ਹੈ, ਦੁੱਖਾਂ ਕਲੇਸ਼ਾਂ ਦੇ ਵਿੱਚ ਫਸਿਆ ਹੋਇਆ ਹੈ। ਉਸ ਦੇ ਕੋਲ ਹਮੇਸ਼ਾ ਰੋਣਾ ਪਿੱਟਣਾ ਬਣਿਆ ਰਹਿੰਦਾ ਹੈ। ਉਸ ਨੂੰ ਰੋ ਭਾਈ ਜਿਹੜਾ ਥਾਂ ਥਾਂ 'ਤੇ ਵਿਕਦਾ ਫਿਰਦਾ ਹੈ, ਹੱਟ 'ਤੇ ਥਾਂ 'ਤੇ ਪੈਸੇ ਵਾਸਤੇ, ਝੂਠੀਆਂ ਖੁਸ਼ੀਆਂ ਵਾਸਤੇ, ਝੂਠੇ ਸੁੱਖਾਂ ਵਾਸਤੇ, ਝੂਠੇ ਪਦਾਰਥਾਂ ਵਾਸਤੇ ਜਿਹੜਾ ਉਸ ਵਿਕਦਾ ਫਿਰਦਾ ਹੈ, ਉਸ ਨੂੰ ਰੋ ਭਾਈ।
ਤੇ ਦੁੱਖ ਵੀ ਉਸੇ ਦਾ ਹੀ ਮਨਾਓ ਭਾਈ, ਜਿਹੜਾ ਮਤਲਬ ਪ੍ਰਮਾਤਮਾ ਤੋਂ ਵਾਂਝਾ ਹੀ ਚਲਾ ਗਿਆ। ਜੀਵਨ ਜੋ ਮਨੁੱਖਾ ਦੇਹੀ ਮਿਲੀ ਸੀ ਨਾ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਔਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪ੍ਰਮਾਤਮਾ ਨੇ ਸਾਨੂੰ ਇਸ ਵਾਸਤੇ ਭੇਜਿਆ ਸੀ, ਪ੍ਰਮਾਤਮਾ ਨਾਲ ਮਿਲਣ ਦੀ ਬਾਰੀ ਸੀ, ਔਰ ਅਸੀਂ ਕੰਮ ਕਰਨਾ ਸੀਗਾ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ, ਪਰ ਅਸੀਂ ਉਹ ਤਾਂ ਕੀਤਾ ਨਾ। ਔਰ ਪੰਚਮ ਪਾਤਸ਼ਾਹ ਜੀ ਨੇ ਕਿਹਾ ਭਾਈ ਇਹ ਤੋਂ ਬਚ, ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਔਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਨੂੰ ਗੁਰੂ ਸਾਹਿਬ ਸਮਝਾਉਂਦੇ ਆ, ਔਰ ਇਹੀ ਅਸੀਂ ਕਹਿੰਦੇ ਹਾਂ ਵੀ ਅੱਜ ਭਾਈ ਇਹ ਪੋਹ ਦੇ ਮਹੀਨੇ ਦੇ ਵਿੱਚ ਜੇ ਕਿਤੇ ਗੁਰਦੁਆਰਿਆਂ ਦੇ ਵਿੱਚ, ਜੇ ਆਪਣੇ ਘਰਾਂ ਦੇ ਵਿੱਚ, ਆਪਣੇ ਹਰ ਥਾਂ ਦੇ ਉੱਤੇ ਹਰ ਗੁਰਸਿੱਖ ਜਿਹੜਾ ਹੈ ਗੁਰਬਾਣੀ ਸਰਵਣ ਕਰੇ, ਗੁਰਬਾਣੀ ਦਾ ਜਸ ਸਰਵਣ ਕਰੇ, ਗੁਰਬਾਣੀ ਦਾ ਕੀਰਤਨ ਸਰਵਣ ਕਰੇ, ਸ਼ਹੀਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜੋ ਕਥਾ ਹੈ ਉਹ ਸਰਵਣ ਕਰੇ, ਸਾਨੂੰ ਪਤਾ ਲੱਗੇ ਕਿ ਸਾਹਿਬਜ਼ਾਦਿਆਂ ਨੇ ਸਾਡੇ ਵਾਸਤੇ ਕਿਵੇਂ ਸ਼ਹੀਦੀਆਂ ਦਿੱਤੀਆਂ, ਗੁਰੂ ਸਾਹਿਬ ਨੇ, ਮਾਤਾ ਜੀ ਨੇ, ਮਾਤਾ ਗੁਜਰੀ ਜੀ ਨੇ ਸਾਡੇ ਵਾਸਤੇ ਕਿਵੇਂ ਸ਼ਹੀਦੀਆਂ ਪ੍ਰਾਪਤ। ਠੰਡੇ ਬੁਰਜ ਦੇ ਵਿੱਚ ਰਹਿਣਾ, ਭਾਵੇਂ ਦੁੱਖ ਉਹਨਾਂ ਨੂੰ ਨਹੀਂ ਲੱਗਿਆ, ਪਰ ਸਾਡੇ ਸੰਸਾਰ ਵਾਲਿਆਂ ਨੂੰ ਤਾਂ ਇਹ ਲੱਗਦਾ ਹੈ ਕਿ ਠੰਡਾ ਬੁਰਜ ਜਿਹੜਾ ਇੰਨਾ ਠੰਡਾ ਸੀਗਾ, ਔਰ ਇੰਨਾ ਠੰਡਾ ਸੀ ਵਾਸਤਵ ਦੇ ਵਿੱਚ, ਪਰ ਗੁਰਸਿੱਖ ਪਿਆਰਿਆਂ ਨੂੰ ਪ੍ਰਮਾਤਮਾ ਦੇ ਨਾਮ ਦੀ ਵਜ੍ਹਾ ਕਰਕੇ ਉਹ ਭਾਵੇਂ ਨਹੀਂ ਠੰਡਾ ਲੱਗਦਾ ਸੀ, ਪਰ ਫਿਰ ਵੀ ਉਸ ਬੁਰਜ ਦੇ ਵਿੱਚ ਰਹਿਣਾ ਹਰ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ। ਉਹ ਇਹ ਗੱਲਾਂ ਨੂੰ ਅਸੀਂ ਸੋਚ ਕੇ ਸਮਝ ਕੇ ਅਸੀਂ ਵੀ ਪ੍ਰਮਾਤਮਾ ਦੇ ਪਿਆਰ ਦੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਦਾ ਅਨੁਸਰਨ ਕਰਦੇ ਹੋਏ ਪ੍ਰਮਾਤਮਾ ਦੀ ਸ਼ਰਨ ਲਈਏ, ਪ੍ਰਮਾਤਮਾ ਦਾ ਓਟ ਆਸਰਾ ਲਈਏ, ਸਾਹਿਬਜ਼ਾਦਿਆਂ ਨੂੰ ਧੰਨਵਾਦ ਕਰੀਏ, ਗੁਰੂ ਸਾਹਿਬ ਨੂੰ ਧੰਨਵਾਦ ਕਰੀਏ, ਮਾਤਾ ਜੀ ਦਾ ਜੋ ਸ਼ੁਕਰ ਹੈ ਮਾਤਾ, ਜੋ ਤੂੰ ਐਸੀ ਅੰਸ਼ ਬੰਸ ਨੂੰ, ਐਸੇ ਪੁੱਤਰਾਂ ਨੂੰ, ਐਸੇ ਪੋਤਿਆਂ ਨੂੰ, ਐਸੇ ਪਤੀ ਨੂੰ ਤੂੰ ਆਪਣੇ ਜੀਵਨ ਦੇ ਵਿੱਚ ਦਰਸਦਾਰ ਕੀਤੇ ਆ, ਔਰ ਉਹਨਾਂ ਨੂੰ ਸਿਖਾਇਆ ਵੀ ਹੈ, ਉਹਨਾਂ ਨੂੰ ਹੰਡਾਇਆ ਵੀ ਹੈ। ਤੂੰ ਧੰਨ ਹੈ ਮਾਤਾ ਗੁਜਰੀ, ਤੂੰ ਧੰਨ ਹੈ ਮਾਤਾ ਗੁਜਰੀ। ਐਸੀਆਂ ਅਸੀਂ ਵਿਚਾਰਾਂ ਕਰਦੇ ਹੋਏ ਆਪਣੇ ਮਨ ਦੇ ਵਿੱਚ ਜੇ ਕਿਤੇ ਇਹ ਜੀਵਨ, ਇਸ ਪੋਹ ਦਾ ਮਹੀਨਾ ਜਿਹੜਾ ਹੈ, ਇਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਢਾਲ ਲਈਏ, ਤੇ ਫਿਰ ਸਾਡੀ ਵੀ ਜਿਹੜੀ ਰੂਹ ਹੈ ਉਹ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੀ ਹੋਈ ਜਿਹੜੀ ਹੈ ਨਾ, ਉਹ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਜਾਂਦੀ ਹੈ। ਪਰਮਾਤਮਾ ਦੇ ਦਰਸਦਾਰੇ ਕਰਦੀ ਹੋਈ ਹਮੇਸ਼ਾ ਪਰਮਾਤਮਾ ਦੇ ਅੰਗ ਸੰਗ ਚਰਨ ਦੇ ਵਿੱਚ, ਪਰਮਾਤਮਾ ਦੇ ਜੋਤ ਦੇ ਵਿੱਚ ਜੋਤ ਅਭੇਦ ਹੋ ਜਾਂਦੀ ਹੈ। ਇਹ ਅਵਸਥਾ ਜਿਵੇਂ ਉਹ ਪਰਮਾਤਮਾ ਚਾਹਵੇ ਉਵੇਂ ਇਹ ਜੋਤ, ਗੁਰੂ ਸਾਹਿਬ ਕਹਿੰਦੇ ਆ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥਿਤ ਅੰਤ ਨਾਥ, ਤਿੱਥੇ ਲੋ ਲੋ ਆਕਾਰ। ਇਹ ਰੂਹਾਂ ਜਿਹੜੀਆਂ ਸਾਡੀਆਂ ਲੋ ਲੋ ਜੋਤ ਰੂਪ ਆਕਾਰ ਹੋ ਕੇ ਉਸ ਪਰਮਾਤਮਾ ਦੇ ਸੱਚਖੰਡ ਦੇ ਵਿੱਚ ਬਿਰਾਜਮਾਨ ਹੁੰਦੀਆਂ, ਔਰ ਪਰਮਾਤਮਾ ਦੇ ਦਰਸ਼ਨ ਕਰਦੀਆਂ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵ ਤਿਵ ਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਇਹ ਪ੍ਰਮਾਤਮਾ ਸਾਨੂੰ ਕਰਮ ਕਰਦਿਆਂ ਨੂੰ ਵੇਖ ਕੇ ਖੁਸ਼ ਹੁੰਦਾ ਹੈ, ਔਰ ਸਾਡੀਆਂ ਰੂਹਾਂ ਜਿਹੜੀਆਂ ਹੈ ਉਹ ਪਰਮਪਿਤਾ ਪਰਮਾਤਮਾ ਦੇ ਦਰਸ ਕਰਦੀਆਂ ਹੋਈਆਂ ਆਪਣੇ ਆਪ ਨੂੰ ਨਿਹਾਲ ਕਰ ਲੈਂਦੀਆਂ, ਧੰਨ ਸਮਝਦੀਆਂ, ਆਪਣੇ ਆਪ ਨੂੰ ਧੰਨ ਸਮਝਦੀਆਂ। ਧੰਨ ਭਾਗ ਵੱਡੇ ਭਾਗ ਹੈ ਸੱਚੇ ਪਾਤਸ਼ਾਹ, ਅਸੀਂ ਤੇਰਾ ਨਾਮ ਸਿਮਰਨ ਕਰਿਆ, ਸਾਨੂੰ ਕਿਰਪਾ ਹੋਈ, ਅਸੀਂ ਨਾਮ ਸਿਮਰਨ ਕਰਕੇ ਤੇਰੇ ਚਰਨਾਂ ਦੇ ਵਿੱਚ ਬਿਰਾਜਮਾਨ ਹੋਈਆਂ। ਤੋ ਇੰਨੀਆਂ ਵਿਚਾਰਾਂ ਕਰਦੇ ਹੋਏ ਸਾਧ ਸੰਗਤ ਜੀ क्षमा करना। वाहिगुरू सिर ते मेहर भरिया हथ दास दे भी रखण, संगतां ते भी रखण, तां कि असीं तेरा नाम सिमरन करते हुए सच्चे पातशाह शुभ कर्म करते हुए अवगुणां नूं दूर करते हुए गुणां दी भरपूरी सानूं बख्शो, और असीं तेरे दर्शदारियां दे विच सचखंड दे द्वारे दे उत्ते पहुँच के तेरे दर्शदारियां दे विच मगन हो जाइए सच्चे पातशाह, लीन हो जाइए, तेरे विच लीन हो जाइए सच्चे पातशाह। इन्नियां विचारां करते हुए क्षमा दे जाचक हाँ। वाहिगुरू जी का खालसा, वाहिगुरू जी की फतेह।